ਕਰੋਨਾ ਵਾਇਰਸ ਅਜਿਹੀ ਮਹਾਮਾਰੀ ਜਿਸ ਨੇ ਪੂਰੇ ਸੰਸਾਰ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਭਾਰਤ ਦੀ ਗੱਲ ਕਰੀਏ ਤੇ ਭਾਰਤ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਆંકੜੇ ਲਗਾਤਾਰ ਵੱਧਦੇ ਜਾ ਰਹੇ ਨੇ। ਇਸ ਸਭ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਮਦਦ ਦੇ ਲਈ ਉਹਨਾਂ ਲੋੜਵੰਦਾਂ ਲੋਕਾਂ ਤੱਕ ਹੱਥ ਪਹੁੰਚਾਇਆ ਜਿਨ੍ਹਾਂ ਨੂੰ ਜ਼ਰੂਰਤ ਹੈ ਉਸ ਸਮਾਨ ਦੀ ਜਿਹੜੀ ਰੋਜ਼ ਦੀ ਰੋਟੀ ਕਮਾ ਕੇ ਉਹ ਆਪਣੇ ਘਰ ਚਲਾਉਂਦੇ ਹੁੰਦੇ ਸੀ। ਸਾਡੇ ਨਾਲ ਇੱਥੇ ਮੌਜੂਦ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ। ਸਿਰਸਾ ਸਾਹਿਬ, ਸਰਕਾਰ ਤੇ ਦਾਅਵੇ ਕਰ ਰਹੀ ਹੈ ਵੀ ਅਸੀਂ ਲੰਗਰ ਤਿਆਰ ਕਰ ਲਏ, ਹਰੇਕ ਕਿੱਟਾਂ ਬਣਾ ਲਈਆਂ ਨੇ, ਲੰਗਰ ਪਹੁੰਚਾਇਆ ਜਾ ਰਿਹਾ, ਲੋੜਵੰਦਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ, ਪਰ ਕਿਤੇ ਨਾ ਕਿਤੇ ਤਸਵੀਰਾਂ ਇੱਦਾਂ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੋਂ 14 ਦਿਨ ਤੱਕ ਉਹਨਾਂ ਕੋਲ ਕੁਝ ਵੀ ਨਹੀਂ ਪਹੁੰਚਿਆ। ਦੇਖੋ, ਮੈਂ ਉਹ ਸਰਕਾਰ ਦੇ ਆંકੜੇ ਉਕਣੇ 'ਚ ਨਹੀਂ ਜਾਣਾ ਚਾਹੁੰਦਾ। ਆਪਾਂ ਨੂੰ ਤਾਂ ਅੱਜ ਮਕਸਦ ਆ ਕਿ ਦਿੱਲੀ ਦੇ ਸਿੱਖ ਕੀ ਕਰ ਰਹੇ ਨੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇੱਕ ਮਾਧਿਅਮ ਆ ਸਿੱਖਾਂ ਦਾ ਲੋਕਾਂ ਤੱਕ ਪਹੁੰਚਣ ਦਾ। ਸੋ ਦਿੱਲੀ ਦੇ ਸਿੱਖਾਂ ਨੇ ਬਹੁਤ ਵੱਡਾ ਸਾਥ ਦਿੱਤਾ, ਦਿਲ ਖੋਲ੍ਹ ਕੇ ਦਿੱਲੀ ਦੇ ਲੋਕਾਂ ਤੱਕ ਇਹ ਰਸਦ ਪਹੁੰਚਾਉਣ ਵਾਸਤੇ, ਲੰਗਰ ਬਣਾਉਣ ਵਾਸਤੇ, ਲੰਗਰਾਂ ਦੀ ਸੇਵਾ ਪਹੁੰਚਾਉਣ ਵਾਸਤੇ। ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਉਹਦੇ ਦਿੱਲੀ ਦੇ ਸਿੱਖਾਂ ਦੀ ਸੇਵਾ ਦੇ ਸਦਕੇ ਹੀ ਜਿੱਥੇ ਰੋਜ਼ ਦਾ ਲੱਖ ਬੰਦੇ ਤੋਂ ਵੀ ਜ਼ਿਆਦਾ ਹੁਣ ਲੰਗਰ ਉਹਨਾਂ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਜਿਨ੍ਹਾਂ ਲੋਕਾਂ ਨੂੰ ਅੱਜ ਇਸ ਦੀ ਸਭ ਤੋਂ ਜ਼ਿਆਦਾ ਲੋੜ ਆ। ਕਿਉਂਕਿ ਦਿਹਾੜੀਦਾਰ, ਮਜ਼ਦੂਰ, ਝੁੱਗੀ 'ਚ ਰਹਿਣ ਵਾਲਾ ਆਦਮੀ ਜਿਹੜਾ ਸਵੇਰੇ ਕਮਾਉਂਦਾ ਸੀ ਸ਼ਾਮੀ ਖਾਂਦਾ ਸੀਗਾ, ਅੱਜ ਕਮਾਈ ਦਾ ਕੰਮ ਖਤਮ ਹੋ ਗਿਆ। ਘਰ ਦੇ 5-5 ਜੀ ਵਿਲਕਦੇ ਪਏ ਨੇ। ਇਹਦੇ ਨਾਲ ਹੀ ਜਿਹੜੇ ਪਰਿਵਾਰ ਨੇ ਜਿਨ੍ਹਾਂ ਦੇ ਕੋਲ ਰਸਦ ਦੀ ਲੋੜ ਆ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਦਿੱਲੀ ਦੇ ਸਿੱਖਾਂ ਨੇ ਬਹੁਤ ਵੱਡਾ ਉਹ 'ਚ ਵੀ ਸਹਿਯੋਗ ਦਿੱਤਾ ਔਰ ਰਸਦ ਦੇ ਪੈਕ ਬਣਾ ਕੇ ਅਸੀਂ ਜਗ੍ਹਾ ਜਗ੍ਹਾ ਭਿਜਵਾਏ ਔਰ ਲਗਾਤਾਰ ਉਸਨੂੰ ਨਿਰੰਤਰ ਅਸੀਂ ਉਹ ਸੇਵਾ ਨਿਭਾ ਰਹੇ ਹਾਂ। ਸੋ ਮੈਂ ਸਮਝਦਾ ਕਿ ਸਰਕਾਰਾਂ ਨੇ ਆਪਣਾ ਕੰਮ ਕਰ ਰਹੀਆਂ, ਚੰਗਾ ਕਰ ਰਹੀਆਂ, ਮਾੜਾ ਕਰ ਰਹੀਆਂ, ਇਹਦੀ ਵੈਲੂਏਸ਼ਨ ਦਾ ਅੱਜ ਵੇਲਾ ਨਹੀਂ ਹੈਗਾ। ਆਪਾਂ ਨੂੰ ਅੱਜ ਰਾਜਨੀਤੀ ਨਾ ਕਰਕੇ ਰਣਨੀਤੀ ਬਣਾਉਣੀ ਚਾਹੀਦੀ ਹੈ ਔਰ ਜਿਹੜਾ ਹੈ ਅੱਜ ਲੜਾਈ ਜਿਹੜੀ ਆ ਉਹ ਕਰੋਨਾ ਨਾਲ ਆ ਔਰ ਉਹਦੇ 'ਚ ਰਣ ਦੇ ਅੰਦਰ ਐਸੀ ਨੀਤੀ ਬਣਨੀ ਚਾਹੀਦੀ ਕਿ ਸਾਰੇ ਇਕਜੁੱਟ ਹੋ ਕੇ ਇਸ ਨੂੰ ਆਪਾਂ ਹਰਾਈਏ ਔਰ ਇਸ ਨੂੰ ਮਾਤ ਦਈਏ। ਪਰ ਦਿੱਲੀ ਦੇ ਵਿੱਚ 10 ਇਤਿਹਾਸਿਕ ਗੁਰਦੁਆਰੇ ਨੇ, ਕਈ ਸਿੰਘ ਸਭਾਵਾਂ ਵੀ ਹੈਗੀਆਂ ਨੇ, ਹਰੇਕ ਦੇ ਵਿੱਚ ਲੰਗਰ ਬਣ ਰਿਹਾ, ਲੋਕਾਂ ਤੱਕ ਪਹੁੰਚ ਰਿਹਾ। ਨਹੀਂ, ਦੇਖੋ, ਕਈ ਸਿੰਘ ਸਭਾਵਾਂ ਵੱਡੇ ਪੱਧਰ 'ਤੇ ਕਰ ਰਹੀਆਂ ਨੇ, ਕਈ ਸਿੰਘ ਸਭਾਵਾਂ ਦੇ ਆਸ-ਪਾਸ ਲੋੜ ਨਹੀਂ, ਹਰੇਕ ਦੀ ਆਪਣੀ ਆਪਣੀ ਜ਼ਰੂਰਤਾਂ ਨੇ। ਪਰ ਮੈਂ ਇਹ ਕਹਿ ਸਕਦਾ ਹਾਂ ਕਿ ਸਾਰੀਆਂ ਸਿੰਘ ਸਭਾਵਾਂ ਹੋਣ, ਚਾਹੇ ਸਿੱਖ ਜਥੇਬੰਦੀਆਂ ਹੋਣ, ਚਾਹੇ ਯੂਥ ਦੇ ਆਪਣੇ ਐਸੋਸੀਏਸ਼ਨਾਂ ਜਿਹੜੀਆਂ ਨੇ ਬਣਾ ਰੱਖੀਆਂ ਹੈ ਉਹ ਹੋਣ, ਚਾਹੇ ਬੀਬੀਆਂ ਦੇ ਜਥੇ ਹੋਣ, ਹਰੇਕ ਨੇ, ਮੈਂ ਇਹ ਜ਼ਰੂਰ ਕਹਿ ਸਕਦਾ ਹਰੇਕ ਨੇ ਆਪਣਾ ਇਹਦੇ ਅੰਦਰ ਯੋਗਦਾਨ ਪਾਇਆ ਹੈ ਔਰ ਕੌਮ ਦੀ ਪੱਗ ਨੂੰ ਉੱਚਾ ਕੀਤਾ ਹੈ। ਇੱਕ ਮਸਲਾ ਹੈਗਾ ਜਿਹੜਾ ਅੱਜ ਕੱਲ੍ਹ ਸੁਰਖੀਆਂ ਵੀ ਬਣਿਆ ਹੋਇਆ ਗੁਰਦੁਆਰਾ ਮਜਨੂ ਟਿੱਲਾ ਸਾਹਿਬ ਦਾ। ਉੱਥੇ ਅਸੀਂ ਖਬਰ ਵੀ ਚਲਾਈ ਸੀਗੀ, ਉਹਦੇ ਵਿੱਚ ਕਈ ਲੋਕਾਂ ਦੇ ਕਮੈਂਟ ਆਏ। ਕੁਝ ਕਹਿ ਰਹੇ ਨੇ ਉੱਥੇ 205 ਲੋਕਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਬੰਦ ਕੀਤਾ ਹੋਇਆ ਸੀਗਾ। ਕੋਈ ਕਹਿ ਰਹੇ ਨੇ ਉਹਨਾਂ ਨੂੰ ਸਹੂਲਤ ਨਹੀਂ ਦਿੱਤੀ ਜਾ ਰਹੀ ਸੀਗੀ ਵੀ ਉਹਨਾਂ ਦੇ ਘਰ ਤੱਕ ਪਹੁੰਚਾਈ ਜਾਵੇ। ਦੇਖੋ, ਮੈਨੂੰ ਯਾਦ ਆ ਕਿ ਪੀਟੀਸੀ ਨੇ 28 ਤਰੀਕ ਸ਼ਾਮ ਨੂੰ ਇੱਕ ਇੰਟਰਵਿਊ ਕੀਤੀ ਸੀ। ਅੱਜ ਵੀ ਉਹ ਲੋਕ ਉੱਥੇ ਹੀ ਨੇ। 28 ਤਰੀਕ ਇੰਟਰਵਿਊ ਦੇ ਚਿਹਰੇ ਤੁਸੀਂ 29 ਤਰੀਕ ਇੰਟਰਵਿਊ ਦੇ ਚਿਹਰੇ ਤੁਸੀਂ ਦੇਖੋਗੇ। ਅਤੇ ਜਦੋਂ ਇਹ ਲੋਕ ਆ ਰਹੇ ਸੀ ਤੇ ਪੀਟੀਸੀ ਨੇ ਇਹਨਾਂ ਦੀ ਇੰਟਰਵਿਊ ਕੀਤੀ ਸੀ ਵੀ ਤੁਸੀਂ ਕਿੱਥੋਂ ਆਏ ਜੇ, ਜਦੋਂ ਅਜੇ ਐਂਟਰ ਕਰ ਰਹੇ ਸੀ। ਗੁਰਦੁਆਰਾ ਕਮੇਟੀ ਦਾ ਇੱਕ ਵੀਡੀਓ ਜਿਹੜੀ ਭਾਰਤਵਰਸ਼ 9 ਚੈਨਲ, ਬਹੁਤ ਵੱਡਾ ਦੁਨੀਆ ਦੇ ਦੇਸ਼ ਦਾ ਚੈਨਲ ਆ, ਉਹਨੇ ਆ ਕੇ ਸਭ ਤੋਂ ਵੱਡੀ ਕਵਰੇਜ ਦਿੱਤੀ ਉੱਥੇ ਔਰ ਦੱਸਿਆ ਕਿ ਕਿਸ ਤਰ੍ਹਾਂ ਇਹਨਾਂ ਨੂੰ ਸੰਭਾਲਿਆ ਜਾ ਰਿਹਾ। ਗੁਰਦੁਆਰਾ ਸਾਹਿਬਾਨਾਂ ਦਾ ਕੰਮ ਹੀ ਹੈ, ਕੋਈ ਮੈਂ ਤਾਂ ਕਰਨਾ ਨਹੀਂ ਹੈਗਾ, ਇਹ ਸਾਡੀ ਪਰੰਪਰਾ ਹੈ ਔਰ ਉਸ ਪਰੰਪਰਾ ਦਾ ਹਿੱਸਾ ਹੈ। 28 ਤਰੀਕ ਨੂੰ ਗੁਰਦੁਆਰਾ ਸਾਹਿਬ ਤੋਂ ਪਤਾ ਲੱਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 4 ਬੱਸਾਂ ਭੇਜ ਰਹੀ ਆ। ਅਸੀਂ ਉਸ ਦੀ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਜਿੰਨੇ ਜਾਣਾ ਸਵੇਰੇ ਐਸਜੀਪੀਸੀ ਦੀਆਂ ਬੱਸਾਂ ਆ ਰਹੀਆਂ ਨੇ। ਐਸਜੀਪੀਸੀ ਨੇ ਆਪਣੀਆਂ 4 ਬੱਸਾਂ ਭੇਜੀਆਂ, ਲੇਕਿਨ ਲੋਕ ਜ਼ਿਆਦਾ ਇਕੱਠੇ ਹੋ ਗਏ ਮਜਨੂ ਕੇ ਟਿੱਲੇ ਦੇ ਬਾਹਰ, ਕਿਉਂਕਿ ਬੱਸਾਂ ਇੱਥੋਂ ਜਾਂਦੀਆਂ ਨੇ। ਅਸੀਂ 2 ਬੱਸਾਂ ਹੋਰ ਕਰਕੇ 6 ਬੱਸਾਂ 'ਚ ਲੋਕ ਰਵਾਨਾ ਹੋ ਗਏ। 29 ਤਰੀਕ ਨੂੰ ਫਿਰ ਲੋਕ ਇਕੱਠੇ ਹੋ ਗਏ। ਪਰਮਿਸ਼ਨ ਸੀਗੀ ਤੁਹਾਡੇ ਕੋਲ ਇਹਨਾਂ ਬੱਸਾਂ 'ਚ? ਲਈ 28 ਤਰੀਕ ਨੂੰ ਆਪਣੀ ਪਰਮਿਸ਼ਨ ਲੈ ਕੇ ਤੇ ਬਕਾਇਦਾ ਅਸੀਂ ਫਿਰ ਭੇਜੀਆਂ, ਬਕਾਇਦਾ ਐਸਐਚਓ ਤੋਂ ਪਰਮਿਸ਼ਨ ਲਈ ਦਿੱਤੀ। 29 ਤਰੀਕ ਨੂੰ ਫਿਰ ਲੋਕ ਇਕੱਠੇ ਹੋ ਗਏ। ਜਦੋਂ ਇਕੱਠੇ ਹੋ ਗਏ ਸਾਡੇ ਕੋਲ 3 ਬੱਸਾਂ ਖੜੀਆਂ ਸੀਗੀਆਂ, ਅਸੀਂ ਫਿਰ ਉਹੀ ਕੰਮ ਕੀਤਾ। ਅਸੀਂ ਆਪਣੀ ਪਰਮਿਸ਼ਨ ਵਾਸਤੇ ਪੁਲਿਸ ਨੂੰ ਕਿਹਾ ਵੀ ਸਾਨੂੰ ਜਾਣਾ ਹੈ। ਉਹਨਾਂ ਨੇ ਸਾਨੂੰ ਮਨਾ ਕਰਤਾ ਕਿ ਬਾਰਡਰ ਬਿਲਕੁਲ ਹੁਣ ਸੀਲ ਕਰ ਦਿੱਤੇ ਗਏ ਨੇ, ਕੋਈ ਰਸਤਾ ਨਹੀਂ ਉਹਨਾਂ ਨੂੰ ਬਾਹਰ ਕੱਢਣ ਦਾ, ਤੁਸੀਂ ਉਹਨਾਂ ਨੂੰ ਇੱਥੇ ਸੰਭਾਲੋ। 29 ਤਰੀਕ ਨੂੰ ਵੀ ਪਰਮਿਸ਼ਨ ਰਿਟਰਨ 'ਚ ਅਸੀਂ ਐਸਐਚਓ ਨੂੰ ਕੀਤਾ ਔਰ ਮੋਹਰ ਲਵਾ ਕੇ ਰਿਸੀਵਿੰਗ ਆ। ਉਸ ਤੋਂ ਬਾਅਦ ਅਸੀਂ 29 ਤਰੀਕ ਨੂੰ ਲਿਸਟਾਂ ਬਣਾ ਕੇ ਉਹਨਾਂ ਦੀਆਂ 210 ਲੋਕਾਂ ਦੀਆਂ ਤੇ ਪੰਜਾਬ ਦੀ ਸਰਕਾਰ ਨੂੰ ਸ਼ੇਅਰ ਕੀਤੀਆਂ, ਦਿੱਲੀ ਦੀ ਸਰਕਾਰ ਨੂੰ ਸ਼ੇਅਰ ਕੀਤੀਆਂ, ਬਕਾਇਦਾ ਉਹਨਾਂ ਦੀ ਵੀਡੀਓ ਸ਼ੇਅਰ ਕੀਤੀ, ਤੁਹਾਡੇ ਟੀਵੀ ਚੈਨਲ ਨੇ ਲਾਈਵ ਕਵਰੇਜ ਕੀਤੀ ਉੱਥੋਂ ਜਾ ਕੇ। ਲੇਕਿਨ ਕਈ ਲੋਕਾਂ ਨੂੰ ਦੇਖੋ, ਅੱਜ ਕੱਲ੍ਹ ਜਦੋਂ ਤੁਸੀਂ ਦੇਖਦੇ ਜੇ ਨਾ ਕਿ ਸਿੱਖ ਕੌਮ ਦੀ ਬੜੀ ਚੜ੍ਹਾਈ ਹੋ ਰਹੀ ਆ, ਗੁਰਦੁਆਰਾ ਕਮੇਟੀ ਲੋਕ ਤਾਰੀਫ, ਤੇ ਹਰ ਬੰਦੇ ਨੂੰ ਜਿਹੜਾ ਸਾੜਾ ਵੀ ਹੋ ਜਾਂਦਾ। ਉਹਨਾਂ ਨੂੰ ਲੱਗਦਾ ਕਿ ਅਸੀਂ ਤਾਂ ਬਦਨਾਮ ਕਰਨਾ ਸੀ, ਇਹ ਚੰਗੇ ਕੰਮ ਕਿਵੇਂ ਹੋਣ ਲੱਗ ਪਏ। ਸਾਡੇ ਹੀ ਇੱਕ ਬਹੁਤ ਜ਼ਿੰਮੇਵਾਰ ਆਦਮੀ ਨੇ ਸੋਸ਼ਲ ਮੀਡੀਆ 'ਚ ਇੱਕ ਖਬਰ ਪਾਈ ਕਿ ਗੁਰਦੁਆਰਾ ਸੀਲ ਹੋ ਗਿਆ ਤੇ ਮੀਡੀਆ ਵਾਲੇ ਭੱਜੇ ਆਏ ਉੱਥੇ। ਉਹ ਮੇਰੇ ਕੋਲ ਰਿਕਾਰਡਿੰਗ ਵੀ ਉਹਨਾਂ ਦੀ ਮੀਡੀਆ ਵਾਲੇ ਦੀ, ਮੈਂ ਵਕਤ ਆਉਣ 'ਤੇ ਦਿਖਾਊਂਗਾ ਵੀ। ਔਰ ਅਸੀਂ ਜਿਨ੍ਹਾਂ ਲੋਕਾਂ ਨੂੰ ਰੱਖਿਆ ਉਹਨਾਂ ਨੂੰ ਸੰਭਾਲਿਆ ਵੀ, ਲੰਗਰ ਵੀ, ਸਾਰੀ ਜ਼ਿੰਮੇਵਾਰੀ ਆ ਔਰ ਲੈਣਾ ਫਰਜ਼ ਬਣਦਾ ਹੈ। ਔਰ ਅਸੀਂ ਤਾਂ ਇੰਨੀ ਵੱਡੀ ਜ਼ਿੰਮੇਵਾਰੀ ਸੰਭਾਲ ਰਹੇ ਹਾਂ, ਡਾਕਟਰ ਨਰਸਾਂ ਨੂੰ ਸੰਭਾਲਦੇ ਪਏ ਹਾਂ, ਸਾਰੇ ਨੈਸ਼ਨਲ ਚੈਨਲ, ਚਾਹੇ ਉਹ
ਰਿਪਬਲਿਕ ਟੀਵੀ ਹੋਵੇ, ਚਾਹੇ ਉਹ ਟਾਈਮਸ ਨਾਓ ਹੋਵੇ, ਚਾਹੇ ਉਹ TV 18 ਹੋਵੇ, ਚਾਹੇ ਉਹ PTC ਹੋਵੇ ਜਾਂ ਤੁਹਾਡਾ ਇੰਡੀਆ TV ਦਾ ਰਜਤ ਸ਼ਰਮਾ ਹੋਵੇ, ਸਭ ਲੋਕਾਂ ਨੇ ਇਸ ਗੱਲ ਦੀ ਕਿੰਨੀ ਤਾਰੀਫ ਕੀਤੀ ਕਿ ਕਿਸ ਤਰੀਕੇ ਸੇ ਸੰਭਾਲ ਰਹੇ ਹਾਂ। ਉਹਨਾਂ ਨੇ ਆ ਕੇ ਇੱਕ ਤਰੀਕ ਨੂੰ ਸਵੇਰੇ ਤੇ ਬੱਸਾਂ ਭਰ ਕੇ ਲਿਆਏ ਤੇ ਉਹਨਾਂ ਨੂੰ ਚੁੱਕ ਕੇ ਇੱਕ ਉੱਥੇ ਲੈ ਗਏ ਸਕੂਲ ਅੰਦਰ, ਸਾਰਿਆਂ ਦੇ ਬਕਾਇਦਾ ਟੈਸਟ ਵੀ ਕਰਾਏ, ਜ਼ੀਰੋ ਨੈਗੇਟਿਵ ਸਭ ਦੇ ਟੈਸਟ ਨੇ। ਔਰ ਪਰਪਸ ਇਹ ਸੀਗਾ ਕਿ ਜੋ ਮਰਕਜ਼ ਅੰਦਰ ਉਸ ਵੇਲੇ ਇੱਕ ਬਹੁਤ ਵੱਡਾ ਮਸਲਾ ਚੱਲ ਰਿਹਾ ਔਰ ਇੱਕ ਪਰਟੀਕੂਲਰ ਧਰਮ ਨੂੰ ਖੂਬ ਤਰੀਕੇ ਨਾਲ ਬਦਨਾਮ ਕੀਤਾ ਜਾ ਰਿਹਾ ਸੀ, ਸਾਨੂੰ ਉਸ ਪੱਧਰ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਕੁਝ ਲੋਕਾਂ ਵੱਲੋਂ। ਲੇਕਿਨ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡੇ ਕੋਲ ਸਾਰਾ ਔਨ ਰਿਕਾਰਡ ਸਭ ਕੁਝ ਸੀਗਾ, ਉਹਨਾਂ ਨੂੰ ਮੂੰਹ ਦੀ ਪਈ। ਅੰਤ ਅੰਦਰ ਉਹਨਾਂ ਨੇ ਇਹ ਸੋਚਿਆ ਕਿ ਇਹਨਾਂ ਤੇ ਮੁਕੱਦਮਾ ਦਰਜ ਕਰੋ। ਦਿੱਲੀ ਸਰਕਾਰ ਦੇ SDM ਨੇ ਰਿਟਨ 'ਚ ਆਰਡਰ ਕਰਕੇ ਇਹ ਕਿਹਾ ਕਿ ਮੈਨੇਜਮੈਂਟ ਤੇ ਮੁਕੱਦਮਾ ਦਰਜ ਕੀਤਾ ਜਾਵੇ। ਪਰ ਪਰਮਿਸ਼ਨ ਸੀਗੀ, ਸਭ ਕੁਝ ਸੀਗਾ, ਤੁਹਾਨੂੰ ਤੁਸੀਂ ਇਨਫੋਰਮ ਵੀ ਕੀਤਾ ਸੀਗਾ, ਫਿਰ ਮੁਕੱਦਮਾ ਕਾਹਦਾ? ਇਹ ਤੇ ਹੈਰਾਨਗੀ ਹੋ ਰਹੀ ਹੈ ਨਾ, ਇਸੇ ਗੱਲ ਦੀ ਤੇ ਹੈਰਾਨਗੀ ਆ। ਔਰ ਇਹ ਕਿਹਾ ਜੀ ਕਿ ਸਾਨੂੰ ਉੱਥੇ ਅਚਾਨਕ ਜਾਣਕਾਰੀ ਮਿਲੀ, ਮਤਲਬ ਦਿੱਲੀ ਪੁਲਿਸ ਨੂੰ ਅਸੀਂ 29 ਤਰੀਕ ਨੂੰ ਰਿਟਨ 'ਚ ਲਿਖ ਕੇ ਦੇ ਰਹੇ ਹਾਂ ਕਿ ਸਾਨੂੰ ਬੱਸਾਂ ਭੇਜਣ ਦੀ ਇਜਾਜ਼ਤ ਦਿਓ, ਕਹਿ ਰਹੇ ਨਹੀਂ ਦੇ ਸਕਦੇ, ਤੇ ਫਿਰ ਤੁਸੀਂ ਕਹਿੰਦੇ ਸਾਨੂੰ ਅਚਾਨਕ ਪਤਾ ਲੱਗਾ। ਮਤਲਬ ਕਮਾਲ ਹੋ ਗਈ ਹੈ। ਟਵਿੱਟਰ ਹੈਂਡਲਾਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਜੀ ਦੇ, ਅਰਵਿੰਦ ਕੇਜਰੀਵਾਲ ਜੀ ਦੇ, ਉਹਨਾਂ ਦੇ ਟਵਿੱਟਰ ਹੈਂਡਲਾਂ 'ਤੇ ਰਿਕਾਰਡ ਪਿਆ ਹੈ, ਇਹ ਕੋਈ ਛੁਪਾਇਆ ਤਾਂ ਜਾ ਨਹੀਂ ਸਕਦਾ। ਲੇਕਿਨ ਪਰਪਸ ਤੇ ਸੀਗਾ ਕਿ ਬਦਨਾਮ ਕਿਵੇਂ ਕੀਤਾ ਜਾਵੇ ਕੌਮ ਨੂੰ, ਇਹ ਜਿਹੜੀ ਇੰਨੀ ਦੁਨੀਆ 'ਚ ਇਹਨਾਂ ਦੀ ਚੜ੍ਹਾਈ ਹੋ ਰਹੀ ਇਹਨੂੰ ਰੋਕਿਆ ਕਿਵੇਂ ਜਾਵੇ, ਪਰਪਸ ਇਹ ਸੀ। ਵੱਖ-ਵੱਖ ਸੰਸਥਾਵਾਂ ਵੱਲੋਂ SGPC ਦੀ ਗੱਲ ਕੀਤੀ ਜਾਵੇ, SGPC ਵੱਲੋਂ ਵੀ ਸਰਾਵਾਂ ਦਿੱਤੀਆਂ ਗਈਆਂ ਨੇ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਸਰਾਵਾਂ ਮੁਹੱਈਆ ਕਰਵਾਈਆਂ ਗਈਆਂ ਨੇ, ਮੁਹੱਈਆ ਵੀ ਕਰਾਈਆਂ ਗਈਆਂ ਤੇ ਇੰਤਜ਼ਾਰ ਵੀ ਕਰਦੇ ਪਏ ਕਿ ਵਿਰੋਧੀ ਹੁਣ ਫਿਰ ਇਹ 'ਤੇ ਵੀ ਕੋਈ ਨਾ ਕੋਈ ਲਾਂਛਨ ਲਾਉਣਗੇ। ਪਰ ਸਿਰਸਾ ਸਾਹਿਬ, ਇੱਕ ਸਾਡੇ ਕੋਲ ਖਬਰ ਆਈ ਸੀਗੀ ਕਿ ਪੰਜਾਬ ਦੀ ਸਰਕਾਰ ਨੇ ਬੋਲਿਆ ਸੀਗਾ, ਅਸੀਂ ਖਬਰ ਨਸ਼ਰ ਵੀ ਕੀਤੀ ਸੀਗੀ ਇਹ, ਕਿ ਪੰਜਾਬ ਦੀ ਸਰਕਾਰ ਨੇ ਇੱਕ ਟੈਂਟ ਵਾਲੇ ਨੂੰ ਕਿਹਾ ਸੀਗਾ ਕਿ ਤੁਸੀਂ ਸਾਨੂੰ ਟੈਂਟ ਦੇ ਦਿਓ, ਅਸੀਂ ਇੱਥੇ ਜਿਹੜੇ ਪੇਸ਼ੈਂਟਸ ਨੇ ਜਾਂ ਫਿਰ ਡਾਕਟਰ ਨੇ ਉਹਨਾਂ ਨੂੰ ਅਸੀਂ ਇੱਥੇ ਰੁਕਵਾਉਣਾ ਹੈ। ਪਰ ਉਹਨਾਂ ਨੇ ਉੱਥੋਂ ਉਹ ਟੈਂਟ ਵਾਪਸ ਲੈ ਗਿਆ ਸੀ। ਉਹ ਕਹਿੰਦਾ ਸੀ ਅਸੀਂ ਵਪਾਰ ਅੱਗੇ ਕਰਨਾ, ਅਗਰ ਤੁਹਾਡਾ ਇਹ ਲੱਛਣ ਕਿਸੇ ਇਸ ਕੱਪੜੇ ਦੇ ਵਿੱਚ, ਟੈਂਟ ਦੇ ਜਾਂ ਕਿਸੇ ਵੀ ਚੀਜ਼ ਦੇ ਵਿੱਚ ਉਹ ਲੱਗਾ ਰਹਿ ਗਿਆ ਤੇ ਉਹ ਸਾਡਾ ਕੰਮ ਖਰਾਬ ਹੋ ਜਾਏਗਾ। ਤੁਹਾਨੂੰ ਇਸ ਚੀਜ਼ ਤੋਂ ਡਰ ਨਹੀਂ ਲੱਗਦਾ, ਕਿਉਂਕਿ ਸਰਾਵਾਂ ਤਾਂ ਅੱਗੇ ਸੰਗਤ ਨੇ ਵੀ ਯੂਜ਼ ਕਰਨੀਆਂ ਨੇ? ਨਹੀਂ, ਦੇਖੋ, ਇਹ ਡਾਕਟਰਾਂ ਨੂੰ ਹੈਂਡਓਵਰ ਕੀਤੀਆਂ ਹੋਈਆਂ ਨੇ, ਹਸਪੀਟਲਸ ਨੂੰ ਕੀਤੀਆਂ ਹੋਈਆਂ ਨੇ, ਔਰ ਹਸਪੀਟਲ ਇਹਦੀ ਹਰ ਤਰੀਕੇ ਦੀ ਕੇਅਰ ਕਰਦੇ ਪਏ ਨੇ, ਕਰਨਾ ਉਹਨਾਂ ਦਾ ਫਰਜ਼ ਵੀ ਹੈ। ਮਾਨਵਤਾ ਦੀ ਜਦੋਂ ਤੁਸੀਂ ਸੇਵਾ ਕਰਨੀ, ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਤੇ ਰੱਖਣਾ ਪੈਂਦਾ ਹੈ। ਔਰ ਜੋ ਅੱਜ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ, ਜੇ ਇਹ ਸੰਸਥਾਵਾਂ ਅੱਗੇ ਆ ਕੇ ਨਹੀਂ ਸੇਵਾ ਕਰਨਗੀਆਂ, ਦੇਖੋ ਸ਼੍ਰੋਮਣੀ ਕਮੇਟੀ 10 ਲੱਖ ਲੋਕਾਂ ਨੂੰ ਲੰਗਰ ਦੇ ਰਹੀ, ਕੋਈ ਛੋਟੀ ਗੱਲ ਨਹੀਂ। ਇਹ ਕਹਿ ਦੇਣਾ ਬੜਾ ਸੌਖਾ ਜਿਹਾ ਹੁੰਦਾ, ਅਲਫਾਜ਼ ਵਰਡ ਬੜਾ 10 ਲੱਖ, ਹਾਲਾਂਕਿ ਕੋਈ ਸ਼੍ਰੋਮਣੀ ਕਮੇਟੀ ਆਪਣੇ ਕੋਲੋਂ ਨਹੀਂ ਕਰਦੀ ਜੇਬ 'ਚੋਂ, ਉਹਨਾਂ ਨੂੰ ਸੰਗਤ ਪ੍ਰੋਵਾਈਡ। ਪਰ ਗੱਲ ਹੈ ਕਿ ਤੁਸੀਂ ਇਹ ਇੱਕ ਟੀਚਾ ਲੈ ਕੇ ਚੱਲਣਾ ਔਰ ਫਿਰ ਸੰਗਤ ਨੇ ਤੁਹਾਡੇ 'ਤੇ ਵਿਸ਼ਵਾਸ ਕਰਕੇ ਤੁਹਾਡਾ ਉਹ 'ਚ ਸਾਥ ਦੇਣਾ। ਇਹ ਸਾਰੀਆਂ ਅਗਰ ਆਪਾਂ ਸੰਸਥਾਵਾਂ ਜ਼ਿੰਮੇਵਾਰੀ ਨਹੀਂ ਲਵਾਂਗੇ ਤੇ ਫਿਰ ਕੋਈ ਜ਼ਿੰਮੇਵਾਰੀ ਨਹੀਂ ਲਏਗਾ। ਇਹ ਲੜਾਈ ਜਿਹੜੀ ਆ, ਇਹ ਮਾਨਵਤਾ ਦੀ ਇੱਕ ਲੜਾਈ ਆ ਉਸ ਬਿਮਾਰੀ ਦੇ ਖਿਲਾਫ, ਜਿਹ 'ਚ ਆਪਾਂ ਸਭ ਨੂੰ ਇਕਜੁੱਟ ਹੋਣਾ ਚਾਹੀਦਾ। ਜਿੱਥੇ ਅਰਦਾਸ ਕਰਨੀ ਚਾਹੀਦੀ ਗੁਰੂ ਦੇ ਚਰਨਾਂ ਦੇ ਅੰਦਰ, ਉੱਥੇ ਜੋ ਤੁਹਾਡੇ ਕੋਲ ਰਿਸੋਰਸਿਸ ਆ ਉਹ ਸਰਕਾਰ ਨਾਲ ਸ਼ੇਅਰ ਕਰਕੇ ਤੇ ਤੁਹਾਨੂੰ ਇਸ ਲੜਾਈ ਦੇ ਅੰਦਰ ਆਪਣਾ ਹਿੱਸੇਦਾਰ ਬਣ ਕੇ ਇਸ ਲੜਾਈ 'ਚ ਉਹਨਾਂ ਨੂੰ ਮਾਤ ਦੇਣੀ ਚਾਹੀਦੀ ਹੈ ਕਰੋਨਾ। ਪਰ ਜਿਹੜੀਆਂ ਸਰਾਵਾਂ ਤੁਸੀਂ ਦਿੱਤੀਆਂ ਨੇ ਉਹਦੇ ਵਿੱਚ ਕੀ ਤੁਸੀਂ ਸੈਨੀਟਾਈਜ਼ਰ ਕੁਝ ਇਦਾਂ ਦੇ ਪ੍ਰਬੰਧ ਕੀਤੇ ਨੇ? ਨਹੀਂ, ਉਹ ਤੇ ਓਬਵੀਅਸਲੀ ਉਹ ਤੇ ਕਰਨਾ ਹੀ ਆ, ਉਹ ਤੇ ਮੈਂਡੇਟਰੀ। ਅਸੀਂ ਆਪਣੇ ਵੱਲੋਂ ਤੇ ਜੋ ਪ੍ਰਬੰਧ ਸਾਰੇ ਕੀਤੇ, ਸੈਨੀਟਾਈਜ਼ਿੰਗ ਦੇ ਕੀਤੇ ਆ, ਗਲਵਸ ਦੇ ਕੀਤੇ ਆ, ਮਾਸਕ ਦੇ ਕੀਤੇ ਆ। ਲੇਕਿਨ ਉਹਦੇ ਇਲਾਵਾ ਵੀ ਡਾਕਟਰਸ ਨੂੰ ਵੀ ਜਿਨ੍ਹਾਂ ਤੋਂ ਸਾਨੂੰ ਇਹ ਉਹਨਾਂ ਨੇ ਮੰਗ, ਜਿਨ੍ਹਾਂ ਨੇ ਕੀਤੀ, ਜਿਵੇਂ RML ਹਸਪੀਟਲ ਨੇ ਮੰਗ ਕੀਤੀ ਜਾਂ ਬਾਕੀ ਜਿਹੜੇ ਹਸਪੀਟਲ ਮੰਗ ਕਰ ਰਹੇ ਨੇ, ਅਸੀਂ ਤਾਂ ਰਿਟਨ 'ਚੋਂ ਸਾਡੇ ਤੋਂ ਮੰਗ ਕਰ ਰਹੇ ਨੇ, ਅਸੀਂ ਉਹਨਾਂ ਨੂੰ ਵੀ ਰਿਟਨ 'ਚ ਲਿਖ ਕੇ ਦਿੱਤਾ ਵੀ ਆਹ ਗਾਈਡਲਾਈਨਸ ਤੁਸੀਂ ਫੋਲੋ ਕਰਨੀਆਂ। ਇੱਕ ਤਾਂ ਡਾਕਟਰ ਜਿਹੜਾ ਆਏ ਕਮਰੇ 'ਚ ਰਵੇ, ਖਾਵੇ, ਲੇਕਿਨ ਉਹ ਬਾਕੀ ਗੁਰਦੁਆਰਾ ਕੰਪਲੈਕਸ ਅੰਦਰ ਕਿਤੇ ਨਹੀਂ ਜਾ ਸਕਦਾ ਹੈਗਾ। ਔਰ ਡਾਕਟਰਸ ਜਿਹੜੇ ਨੇ, ਜਿਹੜਾ ਇੰਸਟੀਚਿਊਟ ਹੈ ਜਿਨ੍ਹਾਂ ਦੇ ਉਹ ਡਾਕਟਰਸ ਨੇ, ਉਹ ਕੰਟੀਨਿਊਸਲੀ ਇਸ ਗੱਲ ਦੀ ਕੇਅਰ ਕਰ ਕਿ ਇਹ ਸੇਫ ਐਂਡ ਸਾਊਂਡ ਰਹੇ। ਇੱਥੇ ਇੱਕ ਗੱਲ ਦੱਸਣੀ ਜ਼ਰੂਰੀ ਹੋ ਜਾਏਗੀ, ਅਸੀਂ ਅੱਜ ਮਨਜਿੰਦਰ ਸਿੰਘ ਸਿਰਸਾ ਕੋ ਆਏ ਸੀ ਇੰਟਰਵਿਊ ਕਰਨ ਵਾਸਤੇ, ਤੇ ਉਹ ਗਾਈਡਲਾਈਨਸ ਜ਼ਰੂਰ ਫੋਲੋ ਕਰ ਰਹੇ ਨੇ, ਕਿਉਂਕਿ ਅਸੀਂ ਜਦੋਂ ਇੰਟਰਵਿਊ ਕਰਨ ਲੱਗੇ ਤਾਂ ਕੁਰਸੀਆਂ ਅਸੀਂ ਬਿਲਕੁਲ ਨਾਲ ਲਾ ਲਈਆਂ ਸੀਗੀਆਂ। ਉਹਨਾਂ ਨੇ ਕਿਹਾ 1 ਮੀਟਰ ਦਾ ਫਾਸਲਾ ਜ਼ਰੂਰ ਰੱਖਣਾ, ਜਿਹੜੀਆਂ ਗਾਈਡਲਾਈਨਸ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਾਡੀ ਸੁਰੱਖਿਆ ਵਾਸਤੇ ਉਹ ਜ਼ਰੂਰ ਫੋਲੋ ਕਰਨੀਆਂ ਨੇ। ਅਸੀਂ ਇੱਕ ਬ੍ਰੇਕ ਦੇ ਲਈ ਰੁਕਾਂਗੇ, ਬ੍ਰੇਕ ਤੋਂ ਬਾਅਦ ਸਾਡੀ ਇਹ ਖਾਸ ਪੇਸ਼ਕਸ਼ ਜਾਰੀ ਰਹੇਗੀ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਾਡੇ ਨਾਲ ਮੌਜੂਦ ਸੀਗੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ। ਸਿਰਸਾ ਸਾਹਿਬ, ਇੱਕ ਅਫਵਾਹ ਫੈਲਦੀ ਜਾ ਰਹੀ ਹੈ ਕਿ ਦਿੱਲੀ ਕਮੇਟੀ ਵੱਲੋਂ ਜਾਂ ਫਿਰ ਸਰਕਾਰ ਦੇ ਵੱਲੋਂ ਜਿੰਨੇ ਵੀ ਦਿੱਲੀ ਦੇ ਇਤਿਹਾਸਿਕ ਗੁਰਦੁਆਰੇ ਨੇ ਉਹਨਾਂ ਨੂੰ ਤਾਲਾ ਜੜ ਦਿੱਤਾ ਗਿਆ ਹੈ, ਸੰਗਤ ਦੀ ਉੱਥੇ ਸੰਗਤ ਨਹੀਂ ਪਹੁੰਚ ਸਕਦੀ, ਉੱਥੇ ਦਰਸ਼ਨ ਨਹੀਂ ਕਰ ਸਕਦੀ। ਦੇਖੋ, ਮੈਂ ਦੱਸਿਆ ਅਫਵਾਹ ਫੈਲਾਉਣ ਵਾਲੇ ਅਫਵਾਹ ਫੈਲਾਈ ਜਾਣੀਆਂ ਨੇ। ਪਹਿਲਾਂ ਅਫਵਾਹ ਇਹ ਫੈਲਾਈ ਗਈ ਕਿ ਗੁਰਦੁਆਰਾ ਮਜਨੂ ਕਾ ਟੀਲਾ ਨੂੰ ਸੀਲ ਕਰ ਦਿੱਤਾ ਗਿਆ।
ਵਿਰੋਧੀਆਂ ਵੱਲੋਂ ਫਿਰ ਇਹ ਅਫਵਾਹ ਫੈਲਾਈ ਗਈ ਕਿ ਗੁਰਦੁਆਰਾ ਬੰਗਲਾ ਸਾਹਿਬ ਨੂੰ ਬੰਦ ਕਰ ਦਿੱਤਾ ਗਿਆ ਹੈ। ਔਰ ਬੜੇ ਜ਼ਿੰਮੇਵਾਰ ਬੰਦਿਆਂ ਨੇ ਕੰਮ ਕੀਤਾ, ਕੋਈ ਐ ਨਹੀਂ ਕਿ ਕੋਈ ਚੱਲਦੇ ਫਿਰਦੇ ਆਦਮੀ ਨੇ ਕੰਮ ਕੀਤਾ। ਮੈਂ ਫਿਰ ਕਹਾਂ, ਮੈਂ ਰਾਜਨੀਤਿਕ ਤੌਰ ਦੇ ਉੱਤੇ ਕਿਸੇ ਦੇ ਖਿਲਾਫ ਲਾਂਛਨ ਜਾਂ ਦੋਸ਼ ਵਿਦੋਸ਼ ਨਹੀਂ ਲਾਉਣਾ ਚਾਹੁੰਦਾ, ਲੇਕਿਨ ਇਹ ਲੋਕਾਂ ਨੇ ਟੀਵੀ ਤੇ ਦੇਖਿਆ ਕਿਹਨਾਂ ਲੋਕਾਂ ਨੇ ਬੋਲਿਆ ਹੈ। ਔਰ ਉਹ ਲੋਕ ਜਿਹੜੇ ਗੁਰਦੁਆਰਾ ਕਮੇਟੀ ਦੇ ਸਭ ਤੋਂ ਉੱਚੀਆਂ ਸੰਸਥਾਵਾਂ ਤੇ ਬੈਠੇ ਨੇ, ਉਹ ਲੋਕ ਇਹ ਕੰਮ ਕਰ ਰਹੇ ਨੇ। ਸੋ ਭਲਾ ਰੱਬ ਉਹਨਾਂ ਨੂੰ ਸਮੱਤ ਬਖਸ਼ੇ, ਉਹਨਾਂ ਤੇ ਭਲਾ ਕਰੇ, ਉਹਨਾਂ ਦੇ ਪਰਿਵਾਰ ਦੇ ਉੱਤੇ। ਗੁਰੂ ਘਰ ਜਿਹੜੇ ਨੇ ਉਹਨਾਂ ਦੇ ਉੱਤੇ ਨਾ ਕੋਈ ਤਾਲੇ ਕਰੀ ਜੜਨ ਦੀ ਸਰਕਾਰਾਂ ਹਿੰਮਤ ਰੱਖਦੀਆਂ ਨੇ, ਨਾ ਅਸੀਂ ਕਰੀ ਜੜਨ ਦਿੰਦੇ ਹਾਂ। ਬੰਗਲਾ ਸਾਹਿਬ ਤੋਂ ਰੋਜ਼ ਲੋਕ ਟੈਲੀਕਾਸਟ ਵੇਂਦੇ ਪਏ ਨੇ, ਸੀਸਗੰਜ ਸਾਹਿਬ ਤੋਂ ਸਾਡੇ ਫੇਸਬੁੱਕ ਤੇ ਰੋਜ਼ ਟੈਲੀਕਾਸਟ ਚੱਲਦਾ ਪਿਆ, ਨਾਨਕ ਪਿਓ ਲੋਕ ਆ ਕੇ ਟੈਲੀਕਾਸਟ। ਪਰ ਅਸੀਂ ਲੋਕਾਂ ਨੂੰ, ਸੰਗਤ ਨੂੰ ਜ਼ਰੂਰ ਇਹ ਬੇਨਤੀ ਕਰਦੇ ਪਏ ਹਾਂ, ਆਪਾਂ ਮਰਕਜ਼ ਤੋਂ ਸਿੱਖ ਲਈਏ। ਆਪਾਂ ਬਹੁਤ ਜ਼ਿੰਮੇਵਾਰ ਸਿੱਖ ਮੰਨੇ ਜਾਂਦੇ, ਵਰਲਡ ਸਾਡੀ ਬੜੀ ਕਦਰ ਕਰਦਾ, ਦੁਨੀਆ ਕਦਰ ਕਰਦੀ, ਖਾਲੀ ਇਸ ਦੇਸ਼ 'ਚ ਨਹੀਂ, ਦੁਨੀਆ 'ਚ, ਅਮਰੀਕਾ, ਇੰਗਲੈਂਡ, ਕੈਨੇਡਾ, ਆਸਟ੍ਰੇਲੀਆ। ਆਪਾਂ ਨੂੰ ਇਹ ਦੇਖਣਾ ਕਿ ਆਪਾਂ ਨੂੰ ਇਹ ਦਿਖਾਉਣਾ ਹੈ ਕਿ ਅਸੀਂ ਕਾਨੂੰਨ ਕਾਇਦੇ ਨੂੰ ਕਿੰਨੀ ਸ਼ਿੱਦਤ ਨਾਲ ਫੋਲੋ ਕਰਦੇ ਹਾਂ। ਜਥੇਦਾਰ ਅਕਾਲ ਤਖਤ ਸਾਹਿਬ ਨੇ ਦੇਖੋ ਕਿੰਨੀ ਵੱਡੀ ਕੱਲ੍ਹ ਪਰਸੋਂ ਮੀਟਿੰਗ ਕਰਕੇ ਫੈਸਲਾ ਲਿਆ ਕਿ ਸਿੱਖ ਜਿਹੜੇ ਨੇ ਇਹ ਵਿਸਾਖੀ ਜਿਹੜੀ ਆ ਆਪਣੇ ਘਰਾਂ 'ਚ ਰਹਿ ਕੇ ਮਨਾਉਣਗੇ। ਦੇਖੋ ਇਹ ਮਾਨਵਤਾ ਦੀ, ਇਹ ਸੁਰੱਖਿਆ ਵਾਸਤੇ, ਸੇਫਟੀ ਵਾਸਤੇ ਸਰਕਾਰ ਦਾ ਸਾਥ ਦੇਣਾ ਸਾਡਾ ਸਭ ਦਾ ਫਰਜ਼ ਬਣਦਾ ਹੈ। ਇਸ ਕਰਕੇ ਅਸੀਂ ਸੰਗਤ ਨੂੰ ਇਹ ਜ਼ਰੂਰ ਬੇਨਤੀ ਕਰਦੇ ਹਾਂ ਕਿ ਜੋ ਘਰਾਂ 'ਚ ਰਹੋ, ਅਰਦਾਸ ਕਰੋ, ਲੇਕਿਨ ਜੋ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਅੰਦਰ ਜਿਹੜੇ ਗ੍ਰੰਥੀ, ਹੈੱਡ ਗ੍ਰੰਥੀ ਸਾਹਿਬਾਨ, ਕੀਰਤਨੀਏ, ਦੇਖੋ ਤੁਹਾਡੇ ਵਾਸਤੇ ਇਹ ਪਰਮਾਤਮਾ ਨੂੰ ਰਜਾਉਣ ਦਾ, ਪਰਮਾਤਮਾ ਦੇ ਅੱਗੇ ਅਰਦਾਸ ਕਰਨ ਦਾ ਕੰਮ ਕਰ ਰਹੇ ਨੇ। ਇਹਨਾਂ ਦੀ ਵੀ ਅਰਦਾਸ ਤੁਸੀਂ ਕਰੋ, ਚੜ੍ਹਦੀ ਕਲਾ 'ਚ ਰਹਿਣ। ਲੇਕਿਨ ਗੁਰੂ ਘਰਾਂ ਨੂੰ ਤਾਲੇ ਜੜਤੇ ਇਹ ਸਾਰੇ ਜਿਹੜੇ ਪ੍ਰਚਾਰ, ਦੁਸ਼ਟ ਪ੍ਰਚਾਰ ਕਰਨਾ ਲੋਕਾਂ ਦਾ ਕੰਮ ਆ। ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਦਾ, ਘੱਟੋ ਘੱਟ ਇਸ ਦੁੱਖ ਦੀ ਘੜੀ ਅੰਦਰ ਜਦੋਂ ਮੈਂ ਦੇਖਿਆ ਕਿ ਪੰਜਾਬ ਦੇ ਅੰਦਰ ਇੰਨੀਆਂ ਪਾਰਟੀਆਂ ਹੋਣ ਦੇ ਬਾਅਦ ਸਭ ਨੇ ਇੱਕੋ ਗੱਲ ਕਹੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਿੱਛੇ ਆ ਅਸੀਂ, ਮੁੱਖ ਮੰਤਰੀ ਜੋ ਕਹੂਗਾ ਅਸੀਂ ਉਹਦੇ ਨਾਲ ਖੜੇ। ਸਾਰੀਆਂ ਪਾਰਟੀਆਂ ਮੈਂ ਦੇਖਿਆ ਕੋਈ ਇੱਕ ਸਟੇਟਮੈਂਟ ਨਹੀਂ ਆ ਰਹੀ। ਆਪਾਂ ਸਿੱਖਾਂ ਨੂੰ ਇਹ ਪੂਰੀ ਦੁਨੀਆ 'ਚ ਆਪਣੀ ਸ਼ਾਨ ਨੂੰ ਬਰਕਰਾਰ ਰੱਖਣਾ ਚਾਹੀਦਾ। ਦਿੱਲੀ ਦੇ ਸਿੱਖ ਬਹੁਤ ਵੱਡੀ ਸੇਵਾ ਕਰ ਰਹੇ ਨੇ, ਔਰ ਜਿਹੜੇ ਲੋਕ ਐਸੇ ਲਾਂਛਨ ਲਾਉਂਦੇ ਉਹਦੇ ਕਰਕੇ ਸਾਰੇ ਸਿੱਖ ਬਦਨਾਮ ਹੁੰਦੇ। ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ, ਆਪਣੇ ਮੂੰਹ ਤੇ ਥੋੜ੍ਹੇ ਦਿਨ ਹੀ ਤਾਲਾ ਜੜ ਲਓ। ਰਾਜਨੀਤੀ ਕਰਨ ਨੂੰ ਤੁਹਾਨੂੰ ਬਹੁਤ ਸਮਾਂ ਮਿਲੂਗਾ, ਇਹੋ ਜਿਹੇ ਵੇਲੇ ਤੁਹਾਨੂੰ ਲਾਛਾਂ ਦੇ ਨਾਮ ਦੇ ਉੱਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਆਪਾਂ ਨੂੰ ਸਭ ਨੂੰ ਮਿਲ ਕੇ ਰਾਜਨੀਤੀ ਨਹੀਂ ਬਲਕਿ ਰਣਨੀਤੀ ਬਣਾ ਕੇ ਇਸ ਲੜਾਈ ਨੂੰ ਲੜਨਾ ਚਾਹੀਦਾ। ਪਰ ਗੱਲ ਵੀ ਇਹ ਵੀ ਸਾਹਮਣੇ ਆ ਰਹੀ ਹੈ, ਤੁਸੀਂ ਕਹਿ ਰਹੇ ਹੋ ਕਿ ਲਾਈਵ ਲਗਾਤਾਰ ਚੱਲ ਰਹੇ ਨੇ, ਪਰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਲਾਈਵ ਬੰਦ ਕੀਤਾ ਜਾਵੇ ਕਿਉਂਕਿ ਇੱਥੇ ਸੰਗਤ ਪਹੁੰਚ ਰਹੀ ਹੈ ਤੇ ਸੰਗਤ ਅਸੀਂ ਘਰੋਂ ਬਾਹਰ ਨਹੀਂ ਨਿਕਲਣ ਦੇਣੀ, ਹਦਾਇਤਾਂ ਅਸੀਂ ਜਾਰੀਆਂ ਕੀਤੀਆਂ ਹੋਈਆਂ ਨੇ। ਲਾਈਵ ਬੰਦ ਕਰਾਉਣ ਵਾਸਤੇ ਪਰਸੋਂ ਦਾ ਐਸਡੀਐਮ ਆਇਆ ਸੀ, ਪੁਲਿਸ ਫੋਰਸ ਨੂੰ ਨਾਲ ਲੈ ਕੇ ਆਏ ਸੀ ਨਿਊ ਦਿੱਲੀ। ਮੈਂ ਉਹਨਾਂ ਨੂੰ ਕਿਹਾ, ਉਹ ਕਹਿੰਦੇ ਲਾਈਵ ਬੰਦ ਕਰ ਦਿਓ। ਮੈਂ ਕਿਹਾ ਨਹੀਂ ਹੋ ਸਕਦਾ, ਗੁਰਬਾਣੀ ਟੈਲੀਕਾਸਟ ਅਸੀਂ ਨਹੀਂ ਬੰਦ ਕਰ ਸਕਦੇ। ਔਰ ਉਹਨੇ ਕਿਹਾ ਜੀ ਅਸੀਂ ਤੁਹਾਡੇ 'ਤੇ ਮੁਕੱਦਮਾ ਦਰਜ ਕਰਾਂਗੇ। ਮੈਂ ਕਿਹਾ ਜੀ ਆਇਆਂ ਨੂੰ, ਤੁਸੀਂ 2 ਮੁਕੱਦਮੇ ਦਰਜ ਕਰੋ, ਸਾਨੂੰ ਕੋਈ ਦਿੱਕਤ ਨਹੀਂ, ਪਰ ਤੁਸੀਂ ਗਲਤ ਕੰਮ ਕਰਨ ਲੱਗੇ ਜੀ। ਇੱਕ ਪਾਸੇ ਤੁਸੀਂ ਘਰਾਂ 'ਚ ਬੈਠ ਕੇ ਲੋਕਾਂ ਨੂੰ ਰਮਾਇਣ ਦਿਖਾ ਰਹੇ ਜੀ, ਮਹਾਭਾਰਤ ਪੁਰਾਣੀਆਂ ਸੀਰੀਜ਼ ਕੱਢ ਕੇ ਦਿਖਾ ਰਹੇ ਜੀ, ਔਰ ਇਸ ਕਰਕੇ ਦਿਖਾ ਰਹੇ ਜੀ ਤਾਂ ਕਿ ਉਹ ਧਰਮ ਨਾਲ ਜੁੜੇ ਰਹਿਣ ਔਰ ਘਰਾਂ 'ਚ ਰਹਿਣ। ਦੂਜੇ ਪਾਸੇ ਤੁਸੀਂ ਕਹੋ ਕਿ ਗੁਰਬਾਣੀ ਨੂੰ ਬੰਦ ਕਰ ਦਿਓ, ਇਹ ਗੱਲ ਕੋਈ ਨਾ ਬਰਦਾਸ਼ਤ ਕਰਨ ਵਾਲੀ ਹੈ, ਨਾ ਕਾਬਲੇ ਬਰਦਾਸ਼ਤ ਹੈ। ਔਰ ਉਹਨਾਂ ਨੂੰ ਬਕਾਇਦਾ ਮੈਂ ਗੁਰਦੁਆਰਾ ਸਾਹਿਬ ਦੇ ਅੰਦਰ ਉੱਥੇ ਜਦੋਂ ਆਏ ਮੈਨੂੰ ਕਿਹਾ ਕਿ ਦੇਖੋ ਗੁਰਬਾਣੀ ਲਾਈਵ ਟੈਲੀਕਾਸਟ ਚੱਲਦਾ ਪਿਆ, ਕੋਈ ਬੰਦਾ ਦੇਖ ਲਓ, ਸ਼ਰਧਾਲੂ ਬੈਠਾ ਤੁਹਾਨੂੰ ਦਿਖਾਈ ਦੇ ਰਿਹਾ। ਜਿਹੜੀ ਸੋਸ਼ਲ ਡਿਸਟੈਂਸਿੰਗ ਆ, ਕੀਰਤਨੀਆਂ ਵੀ ਆਪਣੇ 2-2 ਫੁੱਟ ਦੇ ਵਿੱਚ ਜਗ੍ਹਾ ਛੱਡ ਕੇ, ਜਿੰਨੀ ਜਗ੍ਹਾ ਉਹਨਾਂ ਕੋਲ ਹੈਗੀ ਉਨੀ ਜਗ੍ਹਾ ਛੱਡ ਕੇ ਬੈਠੇ ਹੋਏ ਨੇ। ਜਿਹੜੇ ਹੈੱਡ ਗ੍ਰੰਥੀ ਸਾਹਿਬ ਨੇ ਗੁਰੂ ਸਾਹਿਬ ਦੇ ਤਾਬਿਆਂ 'ਤੇ ਸੇਵਾ ਕਰ ਰਹੇ ਨੇ, ਉਹ ਦੂਜਾ ਤਾਬਿਆਂ 'ਤੇ ਉਦੋਂ ਆਉਂਦਾ ਜਦੋਂ ਉਹ ਹਟ ਜਾਂਦੇ ਨੇ। ਹਰ ਚੀਜ਼ ਨੂੰ ਅਸੀਂ ਫੋਲੋ ਕਰਦੇ ਪਏ ਹਾਂ, ਔਰ ਅਸੀਂ ਆਪਣੇ ਗੁਰਦੁਆਰਾ ਸਾਹਿਬ ਤੋਂ ਰੋਜ਼ ਝੋਲੀ ਅੱਡ ਕੇ, ਮੈਂ ਖੁਦ ਅਰਦਾਸ ਝੋਲੀ ਅੱਡ ਕੇ ਬੇਨਤੀ ਕੀਤੀ ਸੰਗਤ ਦੇ ਚਰਨਾਂ ਦੇ ਅੰਦਰ ਕਿ ਆਪਾਂ ਇਹ ਜਿੱਦ ਨਾ ਕਰੀਏ, ਆਪਣੇ ਘਰਾਂ 'ਚ ਬਹਿ ਕੇ ਅਰਦਾਸ ਕਰੀਏ, ਆਪਾਂ ਇਸ ਤਰ੍ਹਾਂ ਗੁਰੂ ਘਰ ਦੇ ਅੰਦਰ ਇਕੱਠ ਕਰਨ ਦੀ ਕੋਸ਼ਿਸ਼ ਕਰੀਏ, ਕੱਲ੍ਹ ਨੂੰ ਐਡੀ ਬਦਨਾਮੀ ਹੋ ਜੂਗੀ ਜਿਹੜੀ ਸੰਭਾਲੀ ਨਹੀਂ ਜਾਣੀ। ਸੋ ਇਸ ਕਰਕੇ ਅਸੀਂ ਜ਼ਿੰਮੇਵਾਰੀ ਦੇ ਨਾਲ ਦਿੱਲੀ ਦੇ ਸਿੱਖ ਜਿਹੜੇ ਨੇ ਇਹ ਸੇਵਾ ਨੂੰ ਨਿਭਾ ਰਹੇ ਨੇ। ਦਿੱਲੀ ਦੇ ਸਿੱਖ ਬਹੁਤ ਸੂਝਵਾਨ ਨੇ, ਸਮਝਦਾਰ ਨੇ। ਜਿਹੜੇ ਲੋਕ ਦਿੱਲੀ ਦੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਪਏ ਉਹ ਮੂੰਹ ਦੀ ਭਾਰ ਡਿੱਗਣਗੇ। ਸਿੱਖ ਜਿੱਥੇ ਸੂਝਵਾਨ ਤੇ ਸਮਝਦਾਰ ਨੇ ਦਿੱਲੀ ਦੇ, ਉੱਥੇ ਵੱਡੇ ਦਿਲ ਵਾਲੇ ਵੀ ਨੇ। ਹਰ ਸੇਵਾ ਨੂੰ ਆਪਣੀ ਭਾਵਨਾ ਨਾਲ ਔਰ ਸ਼ਰਧਾ ਦੇ ਨਾਲ ਉਹ ਨਿਭਾਉਂਦੇ ਨੇ ਔਰ ਹੁਣ ਵੀ ਨਿਭਾ ਰਹੇ ਨੇ। ਸਿਰਸਾ ਸਾਹਿਬ, ਇੱਕ ਗੱਲ ਦੇਖੀ ਜਾਵੇ ਤੇ ਇਸ ਟਾਈਮ ਤੇ ਮਹਾਮਾਰੀ ਫੈਲਦੀ ਜਾ ਰਹੀ ਹੈ, ਆંકੜੇ ਲਗਾਤਾਰ ਵੱਧਦੇ ਜਾ ਰਹੇ ਨੇ, ਪਰ ਇਸ ਸਭ ਦੇ ਵਿੱਚ ਤੁਹਾਡੇ ਦਿੱਲੀ ਕਮੇਟੀ ਦੇ ਅੰਡਰ ਕਈ ਹਸਪੀਟਲ ਵੀ ਆਉਂਦੇ ਨੇ, ਉੱਥੇ ਕਿੱਦਾਂ ਦੇ ਪ੍ਰਬੰਧ ਕੀਤੇ ਗਏ ਨੇ? ਕਿਉਂਕਿ ਹੁਣੇ ਹਾਲੇ ਹੀ ਤੁਸੀਂ ਖਬਰ ਦੇਖੀ ਹੈ, ਭਾਈ ਨਿਰਮਲ ਸਿੰਘ ਜੀ ਦਾ ਦੇਹਾਂਤ ਹੋ ਗਿਆ, ਉਹਨਾਂ ਦੀ ਲਾਸਟ ਰਿਕਾਰਡਿੰਗ ਆਈ ਸਾਹਮਣੇ। ਉਹਨਾਂ ਨੇ ਕਿਹਾ ਮੈਨੂੰ ਇੱਥੇ ਡਾਕਟਰੀ ਸਹਾਇਤਾ ਨਹੀਂ ਮਿਲ ਰਹੀ, ਮੇਰਾ 4 ਘੰਟੇ ਤੋਂ ਇਲਾਜ ਨਹੀਂ ਹੋਇਆ। ਨਹੀਂ ਦੇਖੋ, ਪ੍ਰਬੰਧ ਦੇਖੋ, ਜਿੱਥੋਂ ਤੱਕ ਸਾਡਾ ਹਸਪੀਟਲ ਆ, ਸਾਡੇ ਕੋਲ ਤੇ ਇੱਕ ਹਸਪੀਟਲ ਆ ਜਿਹੜਾ, ਬਾਕੀ ਸਾਡੀਆਂ ਜਿਹੜੀਆਂ ਡਿਸਪੈਂਸਰੀ ਸਾਰੀਆਂ ਬੰਦ ਨੇ। ਸਿਰਫ ਸਾਡਾ ਇਸ ਵੇਲੇ ਇੱਕ ਹਸਪੀਟਲ ਚੱਲਦਾ ਪਿਆ, ਔਰ ਜਿਹੜਾ ਉਹ ਹਸਪੀਟਲ ਆ ਉਹਨੂੰ ਅਸੀਂ ਜੋ ਡਾਕਟਰਸ ਦੀ ਉਹਦੇ ਮਤਲਬ ਜੋ ਗਾਈਡੈਂਸ ਜਾਂ ਕਹਿ ਲਓ ਜਾਂ ਡਾਕਟਰਸ ਦੇ ਜੋ ਮਾਪਦੰਡ ਨੇ ਉਹਦੇ ਮੁਤਾਬਕ ਉਹ ਹਸਪੀਟਲ ਚਲਾਉਣਾ ਡਾਕਟਰਸ ਦਾ ਕੰਮ। ਉਹ ਆਪਣੇ ਆਪ ਸੇਫਟੀ ਐਂਡ ਸਿਕਿਉਰਿਟੀ ਉਹ ਦੇਖਦੇ ਨੇ, ਉਹਨਾਂ ਨੂੰ ਜ਼ਿਆਦਾ ਪਤਾ ਹੈ। ਲੇਕਿਨ ਜਿੱਥੋਂ ਤਾਈਂ ਭਾਈ ਨਿਰਮਲ ਸਿੰਘ ਜੀ ਦੀ ਗੱਲ ਹੈ, ਯਕੀਨੀ ਤੌਰ 'ਤੇ ਉਹਨਾਂ ਦਾ ਇਲਾਜ ਨਹੀਂ ਹੋਇਆ, ਔਰ ਉਹਨਾਂ ਦੇ ਸਾਥੀ ਹੁਣ ਭਾਈ ਦਰਸ਼ਨ ਸਿੰਘ ਜੀ ਜਿਹੜੇ ਨੇ ਉਹਨਾਂ ਦੀ ਵੀ ਹਾਲਾਤ ਬੜੀ ਖਰਾਬ ਸੀ। ਕੱਲ੍ਹ ਮੇਰੀ ਉਹਨਾਂ ਨਾਲ ਗੱਲ ਹੋਈ, ਉਹਨਾਂ ਨੇ ਮੈਨੂੰ ਦੱਸਿਆ ਕਿ 24 ਘੰਟੇ ਤੋਂ ਮੈਨੂੰ ਕੋਈ ਡਾਕਟਰ ਚੈੱਕ ਵੀ ਕਰਨ ਨਹੀਂ ਆਇਆ, 24 ਘੰਟੇ ਤੋਂ, ਔਰ 4 ਦਿਨ ਤੋਂ ਮੈਂ ਇਸ਼ਨਾਨ ਨਹੀਂ ਕੀਤਾ। ਫਿਰ ਮੈਂ ਇਹ ਗੱਲ ਸਰਦਾਰਨੀ ਹਰਸਿਮਰਤ ਕੌਰ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਦੱਸੀ। ਉਹਨਾਂ ਨੇ ਮੈਨੂੰ ਰਾਤੀ ਫਿਰ 10:30 ਵਜੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੀ ਹੈਲਥ ਸੈਕਟਰੀ ਨਾਲ ਗੱਲ ਹੋ ਗਈ ਆ, ਔਰ ਉਹਨਾਂ ਨੂੰ ਸ਼ਿਫਟ ਕਰਕੇ ਤੇ ਹੁਣ ਫੋਰਟਿਸ ਹਸਪੀਟਲ ਅੰਦਰ ਸ਼ਿਫਟ ਕੀਤਾ ਜਾ ਰਿਹਾ। ਫਿਰ ਮੈਂ ਭਾਈ ਦਰਸ਼ਨ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਹੌਸਲਾ ਨਹੀਂ ਹਾਰਨਾ, ਕਿਉਂਕਿ ਨਾ ਇਹਦੇ 'ਚ ਆਪਾਂ ਇੱਕ ਗੱਲ ਸਮਝ ਲਈਏ, ਇਹ ਬਿਮਾਰੀ ਦਾ ਇਲਾਜ ਇੱਕ ਆ ਹੌਸਲਾ।
ਇਹ ਇਸ ਤਰ੍ਹਾਂ ਕਿ ਜਿਵੇਂ ਦੋ ਦੁਸ਼ਮਣ ਲੜਦੇ ਨੇ, ਜਿਹੜਾ ਕਮਜ਼ੋਰ ਪੈ ਜਾਂਦਾ ਦੂਜਾ ਦੂਜੇ ਤੇ ਵਾਰ ਕਰਕੇ ਉਹਨੂੰ ਮਾਰ ਦਿੰਦਾ ਹੈ। ਇਸ ਵੇਲੇ ਇਹ ਦੋ ਦੁਸ਼ਮਣ ਨੇ, ਇੱਕ ਪਾਸੇ ਤੁਹਾਡਾ ਹੌਸਲਾ ਹੈ ਜੀ, ਜਿਹੜਾ ਦੂਜੇ ਪਾਸੇ ਕਰੋਨਾ ਵਾਇਰਸ ਆ। ਤੇ ਜੇ ਤੁਹਾਡਾ ਇਮਿਊਨ ਸਿਸਟਮ ਤਕੜਾ ਰਹੇਗਾ ਉਹ ਕਰੋਨਾ ਵਾਇਰਸ ਨੂੰ ਢਾਹ ਲੇਗਾ, ਜੇ ਤੁਸੀਂ ਕਮਜ਼ੋਰ ਪੈ ਗਏ ਉਹਨੇ ਤੁਹਾਨੂੰ ਢਾਹ ਲੈਣਾ। ਸੋ ਇਸ ਵੇਲੇ ਸਾਡਾ ਮਨੋਬਲ ਤਕੜਾ ਰਹਿਣਾ ਚਾਹੀਦਾ ਹੈ। ਇਲਾਜ ਦੇ ਨਾਲ ਨਾਲ ਸਾਨੂੰ ਜਿਹੜੇ ਸਭ ਨੂੰ ਲੋਕ ਇਸ ਵੇਲੇ ਜਿਹੜੀ ਚਿੰਤਾ ਦੀ ਲੋੜ ਆ ਕਿ ਅਸੀਂ ਆਪਣੇ ਬੰਦੇ ਨੂੰ ਦੱਸੀਏ ਕਿ ਆਪਣਾ ਮਨੋਬਲ ਤਕੜਾ ਰੱਖੋ। ਜਿਹੜਾ ਹੁਣ ਇਲਾਜ ਕਰਾ ਕੇ ਆਇਆ, ਮੈਂ ਸੰਗਤ ਨੂੰ ਤੁਹਾਡੇ ਟੀਵੀ ਚੈਨਲ ਤੋਂ ਮਾਧਿਅਮ ਤੋਂ ਜ਼ਰੂਰ ਜਾਣਕਾਰੀ ਦੇਣਾ ਚਾਹੁੰਦਾ, ਜਿੰਨਾ ਪ੍ਰਧਾਨ ਮੰਤਰੀ ਜੀ ਨੇ ਗੱਲ ਕੀਤੀ, ਜਿਹੜਾ ਇਟਲੀ ਤੋਂ ਆਇਆ ਸੀ, ਇੱਕ ਸਾਡੇ ਸਿੱਖ ਪਾਇਲਟ ਨੇ, ਉਹਨਾਂ ਨੇ ਉਹਦੇ ਨਾਲ ਵੀਡੀਓ ਰਿਕਾਰਡਿੰਗ ਮੈਂ ਤੁਹਾਨੂੰ ਸ਼ੇਅਰ ਕਰੂੰਗਾ। ਉਹਨੇ ਦੱਸਿਆ ਕਿ ਆਪਣਾ ਐਕਸਪੀਰੀਅੰਸ ਕਿ ਕਿਸ ਤਰੀਕੇ ਮੈਨੂੰ ਬੰਗਲਾ ਸਾਹਿਬ ਤੋਂ ਅੰਮ੍ਰਿਤ ਭੇਜਿਆ ਗਿਆ। ਮੈਂ ਉਹ ਅੰਮ੍ਰਿਤ ਦੇ 2 ਢੱਕਣ ਜਿਹੜੇ ਸੀ ਰੋਜ਼ ਆਪਣੀ ਬੋਤਲ 'ਚ ਪਾ ਲੈਂਦਾ ਸੀ ਔਰ ਉਹਨੂੰ ਪੀ ਲੈਂਦਾ ਸੀਗਾ। ਰੋਜ਼ ਮੈਂ ਪਾਣੀ ਦੀ ਬੋਤਲ ਜਿਹੜੀ ਪੀਂਦਾ ਸੀ ਉਹ 'ਚ ਅੰਮ੍ਰਿਤ ਪਾ ਲੈਂਦਾ ਸੀਗਾ ਔਰ ਅੱਧੀ ਬੋਤਲ ਮੈਂ ਅੰਮ੍ਰਿਤ ਦੀ ਜਿਹੜੀ ਆ ਪੀ ਗਿਆ। ਔਰ ਮੈਂ ਫਿਰ ਆਪਣੇ ਨੂੰ ਪੁੱਛਿਆ ਕਿ ਮੈਂ ਤਾਂ ਠੀਕ ਲੱਗ ਰਿਹਾ, ਔਰ ਮੈਂ ਆਪਣੇ ਡਾਕਟਰ ਨੂੰ ਪੁੱਛਿਆ ਕਿ ਮੈਂ ਬਾਕੀ ਦਾ ਕੀ ਕਰਾਂ। ਉਹਨੇ ਕਿਹਾ ਵੀ ਪੂਰੇ ਦਾ ਪੂਰੇ ਇੱਕ ਵਾਰ ਪੀ ਜਾ। ਉਹ ਸ਼ੁਕਰ ਕਰਦਾ ਕਿ ਮੈਂ ਜਿੱਦਾਂ ਸਭ ਤੋਂ ਪਹਿਲਾਂ ਮੈਂ ਕੰਮ ਇਹ ਕਰਨਾ, ਜਦੋਂ ਲਾਕਡਾਊਨ ਖੁੱਲ੍ਹਾ ਮੈਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੀ ਦਰ ਤੇ ਜਾ ਕੇ ਸੀਸ ਝੁਕਾਉਣਾ ਹੈ। ਭਾਵਨਾ ਹੈ ਜੇ ਤੁਸੀਂ ਤਕੜੇ ਹੋ ਕੇ ਲੱਗੇ ਰਹੋਗੇ, ਤੁਹਾਨੂੰ ਆਪਣੇ ਅੰਦਰ ਆਪਣਾ ਮਨੋਬਲ, ਆਪਣੀ ਇੱਛਾ ਸ਼ਕਤੀ ਤਕੜੀ ਕਰਨੀ। ਮੈਂ ਭਾਈ ਦਰਸ਼ਨ ਸਿੰਘ ਜੀ ਨੂੰ ਬਾਰ-ਬਾਰ ਇਹੀ ਅਪੀਲ ਕੀਤੀ, ਤਕੜੇ ਹੋ ਕੇ ਰਹੋ, ਕੋਈ ਗੱਲ ਨਹੀਂ, ਤੁਸੀਂ ਬਿਲਕੁਲ ਠੀਕ ਹੋ ਕੇ ਬਾਹਰ ਆਉਣਾ ਹੈ ਔਰ ਆ ਕੇ ਤੁਸੀਂ ਕੌਮ ਦੀ ਸੇਵਾ ਕਰਨੀ ਹੈ। ਤੁਸੀਂ ਗੁਰੂ ਸਾਹਿਬ ਦੇ ਦਰ ਤੇ ਇੰਨੇ ਸਾਲ ਸੇਵਾ ਕੀਤੀ ਆ। ਸੋ ਇਹ ਹਸਪੀਟਲਾਂ ਦੇ ਅੰਦਰ ਕਿਤੇ ਨਾ ਕਿਤੇ ਕਮਜ਼ੋਰੀਆਂ, ਡਾਕਟਰ ਵੀ ਘਬਰਾ ਜਾਂਦੇ ਨੇ, ਲੇਕਿਨ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਹੁੰਦੀਆਂ ਨੇ ਔਰ ਇਹਨਾਂ ਦੇ ਉੱਤੇ ਸਰਕਾਰ ਨੂੰ ਹੋਰ ਸਖਤੀ ਨਾਲ ਥੋੜਾ ਪਹਿਰਾ ਦੇਣਗੇ ਤਾਂ ਮੈਨੂੰ ਲੱਗਦਾ ਕਾਬੂ ਆ ਜਾਣਗੇ। ਨਹੀਂ, ਤੁਸੀਂ ਕਹਿ ਰਹੇ ਹੋ ਘਬਰਾ ਜਾਂਦੇ ਨੇ ਡਾਕਟਰ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿਉਂਕਿ ਕੇਸ ਲਗਾਤਾਰ ਵੱਧ ਰਹੇ ਨੇ। ਪਰ ਉਨ ਸਭ ਦੇ ਵਿੱਚ ਉਹਨਾਂ ਦੇ ਰਿਸ਼ਤੇਦਾਰ ਨੇ ਕਿਹਾ ਵੀ ਬੱਚੇ ਨੂੰ ਬੁਖਾਰ ਲੱਗ ਰਿਹਾ, ਤੁਸੀਂ ਇੱਕ ਥਰਮਾਮੀਟਰ ਲਿਆ ਕੇ ਦਿਖਾ ਦਿਓ, ਤੇ ਥਰਮਾਮੀਟਰ ਚੈੱਕ ਕਰਵਾ ਲਓ। ਉਹਨਾਂ ਕੋਲ ਥਰਮਾਮੀਟਰ ਵੀ ਨਹੀਂ ਸੀਗਾ। ਦੇਖੋ ਇਹ ਸਾਰੀਆਂ ਗੱਲਾਂ ਠੀਕ ਨੇ, ਆਪਾਂ ਦੇਖੀਆਂ ਨੇ। ਮੈਂ ਦੇਖਿਆ ਕਿ ਪੰਜਾਬ ਦੇ ਜਿਹੜੇ ਸੀਨੀਅਰ ਲੀਡਰ ਸਾਹਿਬਾਨ ਨੇ ਹਰੇਕ ਪਾਰਟੀ ਦੇ, ਉਹਨਾਂ ਨੇ ਆਪਣੇ ਆਪਣੇ ਪਲੇਟਫਾਰਮ ਤੇ ਰੇਜ਼ ਕੀਤੀਆਂ ਨੇ ਇਸ਼ੂਜ਼। ਥਰਮਾਮੀਟਰ ਨਹੀਂ ਸੀ, ਚੈਕਿੰਗ ਵਾਸਤੇ ਨਹੀਂ ਸੀ, ਪਾਣੀ ਨਹੀਂ ਸੀ, ਕੋਈ ਉੱਥੇ ਹਾਈਜੀਨਿਕ ਨਹੀਂ ਸੀਗਾ ਜਾਂ ਉੱਥੇ ਕੋਈ ਕਲੀਨਨੈਸ ਨਹੀਂ ਸੀ। ਇਹ ਸਾਰੀਆਂ ਗੱਲਾਂ ਦੇ ਇਸ਼ੂ ਰੇਜ਼ ਹੋਏ ਨੇ। ਮੈਂ ਸਮਝਦਾ ਕਿ ਯਾਰ ਅਸੀਂ ਧਾਰਮਿਕ ਸੰਸਥਾ ਚਲਾ ਰਹੇ ਹਾਂ, ਸਾਨੂੰ ਦੋਸ਼ ਬਦੋਸ਼ ਦੀ ਬਜਾਏ ਸਾਨੂੰ ਆਪਣੀ ਗੱਲ ਰੱਖਣੀ ਚਾਹੀਦੀ ਹੈ ਸੰਗਤ ਤੱਕ। ਅਸੀਂ ਆਪਣੇ ਵੱਲੋਂ ਇਮਾਨਦਾਰੀ ਨਾਲ ਕੋਸ਼ਿਸ਼ ਕਰਕੇ ਇਸ ਲੜਾਈ ਲੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਰਕਾਰ ਦੇ ਕੰਮ ਜਿਹੜੇ ਨੇ ਉਹ ਆਪੋਜੀਸ਼ਨ ਦੇਖੇ, ਉਹਨਾਂ ਦੀ ਸਰਕਾਰ ਦੇ ਅੰਦਰ ਲੀਡਰ ਆਫ ਆਪੋਜੀਸ਼ਨ, ਇਹ ਸਾਰੀਆਂ ਗੱਲਾਂ ਉਹਨਾਂ ਦੇ ਲੈਵਲ ਦੀ ਹੋਣੀ ਚਾਹੀਦੀਆਂ। ਸਾਡੀ ਤੇ ਕੋਈ ਅਪੀਲ ਆ ਮਾਨਵਤਾ ਦੇ ਚਰਨਾਂ 'ਚ, ਸਿੱਖਾਂ ਦੇ ਚਰਨਾਂ 'ਚ, ਸਾਰੇ ਆਪ ਟੀਵੀ ਚੈਨਲ ਦੇ ਸਰੋਤਿਆਂ ਦੇ ਚਰਨਾਂ ਦੇ ਅੰਦਰ ਆਪਾਂ ਦੋਸ਼ ਬਦੋਸ਼ ਨਾ ਲਾਈਏ, ਸੋਸ਼ਲ ਮੀਡੀਆ ਤੇ ਮਾੜਾ ਚੰਗਾ ਨਾ ਬੋਲੀਏ। ਇਸ ਵੇਲੇ ਆਪਾਂ ਇਕਜੁੱਟਤਾ ਦਿਖਾਈ ਔਰ ਇਹ ਕਹੀਏ ਕਿ ਅਸੀਂ ਕਰੋਨਾ ਦੇ ਖਿਲਾਫ ਹਾਂ। ਅਸੀਂ ਇੱਕ ਦੂਜੇ ਦੀ ਲੜਾਈ ਛੱਡ ਦਿੱਤੀ ਹੈ। ਇਸ ਵੇਲੇ ਸਾਡਾ ਇੱਕ ਹੀ ਟੀਚਾ ਕਰੋਨਾ ਮਾਰਨਾ। ਚਿੜੀ ਦੀ ਅੱਖ ਦੇ ਅੰਦਰ ਸਾਡਾ ਨਿਸ਼ਾਨਾ ਹੈ, ਇਹਨੂੰ ਥੱਲੇ ਸੁੱਟਣਾ ਕਰੋਨਾ ਨੂੰ। ਜਦੋਂ ਢਾਲਾਂਗੇ ਉਦੋਂ ਬਾਅਦ ਲੜਦੇ ਰਹੋ ਜੀ ਆਪਸ ਅੰਦਰ। ਸੋ ਆਪਸ ਦੀ ਲੜਾਈ ਬੰਦ ਕਰਕੇ ਇੱਕ ਟੀਚਾ ਰੱਖੋ, ਕਰੋਨਾ ਨੂੰ ਮਾਤ ਦੇਣੀ ਆ ਔਰ ਦੇਸ਼ ਨੇ ਜਿੱਤਣਾ ਹੈ, ਕਰੋਨਾ ਨੂੰ ਹਰਾਉਣਾ। एक आखिरी सवाल, अगर किसी को लंगर नहीं पहुंच रहा या किसी को किसी भी तरीके की सहायता नहीं पहुंच रही तो दिल्ली सिख गुरुद्वारा मैनेजमेंट कमेटी वालों कोई हेल्पलाइन कुछ इदां दी चीज़ जारी की गई है? ਅਸੀਂ ਸਾਰੇ ਆਪਣੇ ਮੈਂਬਰ ਸਾਹਿਬਾਨਾਂ ਦੇ ਨੰਬਰ ਸ਼ੇਅਰ ਕੀਤੇ ਨੇ। ਅਜੇ ਵੀ ਬਹੁਤ ਲੋਕਾਂ ਕੋਲ ਨਹੀਂ ਪਹੁੰਚੀ ਹੋਊਗੀ ਕਿਉਂਕਿ ਹਰੇਕ ਕੋਲ 1 ਸੈਕਿੰਡ 'ਚ ਪਹੁੰਚਾਉਣੀ ਇਹ ਅਸੰਭਵ ਜੌਬ ਹੈਗੀ ਆ। ਲੇਕਿਨ ਬਹੁਤਿਆਂ ਕੋਲ ਨਹੀਂ ਵੀ ਪਹੁੰਚ ਸਕੀ ਹੋਊਗੀ, ਬਹੁਤਿਆਂ ਕੋਲ ਪਹੁੰਚ ਰਹੀ ਆ। ਜਿਨ੍ਹਾਂ ਕੋਲ ਨਹੀਂ ਪਹੁੰਚੀ ਹੋਊਗੀ ਅਸੀਂ ਉਹਨਾਂ ਨੂੰ ਬਾਰ-ਬਾਰ ਮੇਰੇ ਕੋਲ ਆਉਂਦੇ ਨੇ, WhatsApp ਆਉਂਦੇ ਨੇ, ਮੈਸੇਜ ਆਉਂਦੇ ਨੇ। ਮੈਂ ਆਪਣੇ ਪਰਮਾਨੈਂਟਲੀ ਟੀਮ ਜਿਹੜੀ ਆ ਸਿਰਫ ਆਪਣਾ ਨੰਬਰ ਟ੍ਰਾਂਸਫਰ ਕਰਕੇ 3 ਬੰਦਿਆਂ ਤੇ ਉਹਨਾਂ ਕੋਲ ਕੋਈ ਕੰਮ ਨਹੀਂ ਹੈਗਾ। ਉਹ ਸਿਰਫ ਚੀਜ਼ਾਂ ਨੋਟ ਕਰੀ ਜਾ ਰਹੇ ਨੇ, ਕੰਸਰਨ ਬੰਦੇ ਦੀ ਜ਼ਿੰਮੇਵਾਰੀ ਲਗਾ ਰਹੇ ਨੇ ਉੱਥੇ ਪਹੁੰਚਾਉਣ ਦੀ। ਫਿਰ ਵੀ ਸਾਡੇ ਜਿਹੜੇ ਮੈਂਬਰਸ ਨੇ 46 ਵਾਰਡਾਂ 'ਚ ਸਾਰੇ ਮੈਂਬਰ ਨੇ, ਅਸੀਂ ਉਹਨਾਂ ਨੂੰ ਕਹਿ ਰੱਖਿਆ ਹੈ ਕਿ ਤੁਸੀਂ ਸੰਪਰਕ ਬਣਾਓ, ਜ਼ਿਆਦਾ ਤੋਂ ਜ਼ਿਆਦਾ ਲੋਕ ਉਹਨਾਂ ਨਾਲ ਸੰਪਰਕ ਕਰ ਰਹੇ ਨੇ। ਸੋ ਸਾਡੀ ਕੋਸ਼ਿਸ਼ ਆ ਹਰ ਘਰ ਤੱਕ ਪਹੁੰਚਣ ਦੀ। ਸੋ ਬਿਲਕੁਲ ਇਹ ਸਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ। ਉਹਨਾਂ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਸਹਾਇਤਾ ਦੀ ਲੋੜ ਹੈਗੀ ਹੈ, ਉਹ ਨੇੜਲੇ ਵਾਰਡ ਦੇ ਵਿੱਚ ਜਾ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਦੇ ਨਾਲ ਮੁਲਾਕਾਤ ਕਰਕੇ ਆਪਣੀ ਜਿਹੜੀ ਹੱਡ ਬੀਤੀ ਆ ਉਹ ਸੁਣਾ ਸਕਦੇ ਨੇ। ਕੈਮਰਾਮੈਨ ਸੰਤੋਸ਼ ਦੇ ਨਾਲ ਜਗਜੀਤ ਸਿੰਘ, PTC ਨਿਊਜ਼, ਦਿੱਲੀ।